Good morning, students. I hope you all are doing well. And today I am going to continue our chapter number 6th. ਅੱਜ ਦੇ ਇਸ ਕਨਸੈਪਟ ਦੇ ਵਿੱਚ ਜਰਨਲ ਐਂਟਰੀਜ਼ ਆ ਜਿਹੜੀਆਂ ਉਹਨਾਂ ਨੂੰ ਰਿਕਾਰਡ ਕਰਨਾ ਹੈ ਕਿ ਜਰਨਲ ਐਂਟਰੀਜ਼ ਆ ਜਦੋਂ GST ਨੂੰ ਕੈਲਕੂਲੇਟ ਕਰਨ ਦੇ ਲਈ ਕਿਵੇਂ ਪਾਈਆਂ ਜਾਂਦੀਆਂ। ਤਾਂ ਫਸਟ ਆਫ ਆਲ ਦੇਖੋ ਕਿ ਆਪਣੇ ਕੋਲੇ ਫਸਟ ਐਂਟਰੀ ਕੀ ਆ। ਆਪਾਂ ਨੂੰ ਫਸਟ ਬੋਲਿਆ ਹੋਇਆ ਹੈ ਕਿ ਜਦੋਂ ਇੱਕ ਬਿਜ਼ਨਸਮੈਨ ਸਮਾਨ ਨੂੰ ਖਰੀਦ ਰਿਹਾ, ਠੀਕ ਹੈ, ਪਰਚੇਜ਼ ਕਰ ਰਿਹਾ ਸਮਾਨ ਨੂੰ, ਔਰ ਕਿਸ ਵੇ ਦੇ ਨਾਲ ਪਰਚੇਸ ਕਰ ਰਿਹਾ, ਕ੍ਰੈਡਿਟ 'ਤੇ। ਕ੍ਰੈਡਿਟ ਦਾ ਮਤਲਬ ਹੁੰਦਾ ਕਿ ਵੈਲਿਊਜ਼ ਨੂੰ ਉਹ ਉਧਾਰ 'ਤੇ ਪਰਚੇਸ ਕਰ ਰਿਹਾ, ਠੀਕ ਹੈ, ਉਧਾਰ ਖਰੀਦ ਰਿਹਾ। ਔਰ ਕਿਹੜੀ ਜਗ੍ਹਾ ਇਹ, ਇੰਟਰਾਸਟੇਟ। ਇੰਟਰਾਸਟੇਟ ਦਾ ਮਤਲਬ ਹੁੰਦਾ ਕਿ ਵਿਦਨ ਸਟੇਟ, ਇੱਕ ਸਟੇਟ ਦੇ ਵਿੱਚ ਹਨ। ਇਸ ਟਾਈਮ ਦੇ ਵਿੱਚ ਸਾਡੇ ਕੋਲੇ ਪਰਚੇਜ਼ ਅਕਾਊਂਟ ਹੋਏਗਾ ਡੈਬਿਟ, ਨਾਲ ਸਾਡਾ ਇਨਪੁਟ CGST ਅਕਾਊਂਟ ਡੈਬਿਟ ਹੋਏਗਾ, ਔਰ ਨਾਲ ਹੀ ਇਨਪੁਟ SGST ਅਕਾਊਂਟ ਡੈਬਿਟ ਹੋਏਗਾ। ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇਹ ਦੋਨੋਂ ਵੈਲਿਊਜ਼ ਆ ਜਿਹੜੀਆਂ CGST ਔਰ SGST ਇਹ ਇਕੱਠੀਆਂ ਹੀ ਕੈਲਕੂਲੇਟ ਹੋਣਗੀਆਂ, ਅਲੱਗ-ਅਲੱਗ ਕੈਲਕੂਲੇਟ ਨਹੀਂ ਹੋਣਗੀਆਂ। ਇਹਦੇ ਵਿੱਚ ਜੋ ਅਸੀਂ ਪਰਚੇਸ ਕੀਤਾ, ਹੁਣ ਉਹ ਦੇਣਾ ਕਿਹਨੂੰ ਆ ਪੈਸੇ, ਠੀਕ ਹੈ, ਜਾਂ ਕਿਹੜੇ ਪਰਸਨ ਤੋਂ ਅਸੀਂ ਸਮਾਨ ਪਰਚੇਸ ਕੀਤਾ, ਉਹ ਹੋਏਗਾ ਸਪਲਾਇਰ, ਕਿ ਅਸੀਂ ਸਪਲਾਇਰ ਤੋਂ ਸਮਾਨ ਆ ਜਿਹੜਾ ਉਹ ਖਰੀਦਿਆ ਹੋਇਆ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਕਿ ਜਦੋਂ ਹੁਣ ਇਹਨੂੰ ਅਸੀਂ ਜਰਨਲ ਐਂਟਰੀਜ਼ ਦੇ ਵਿੱਚ ਰਿਕਾਰਡ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਇਸ ਤਰੀਕੇ ਦਾ ਇੱਕ ਫਾਰਮੈਟ ਦਾ ਹੋਣਾ ਬਹੁਤ ਜ਼ਰੂਰੀ ਆ ਕਿ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਰੀਕ ਲਿਖਾਂਗੇ, ਪਰਟੀਕੂਲਰ, ਜਿਹਦੇ ਵਿੱਚ ਅਸੀਂ ਐਂਟਰੀ ਨੂੰ ਨੋਟ ਕਰਨਾ ਹੈ। ਫਸਟ ਵੈਲਿਊ ਹੁੰਦੀ ਹੈ ਸਾਡੇ ਕੋਲ ਡੈਬਿਟ ਦੀ, ਸੈਕਿੰਡ ਹੋਏਗੀ ਕ੍ਰੈਡਿਟ ਵੈਲਿਊ, ਠੀਕ ਹੈ। ਹੁਣ ਇਸ ਕੇਸ ਦੇ ਵਿੱਚ ਦੇਖੋ ਕਿ ਇਹਦੇ ਵਿੱਚ ਜਿਹੜਾ ਪਰਸਨ ਡੈਬਿਟਰ ਆ, ਠੀਕ ਹੈ, ਉਹ ਖਰੀਦਦਾਰ ਆ, ਠੀਕ ਹੈ, ਜਾਨੀ ਕਿ ਉਹਨੇ ਪਰਸਨ ਤੋਂ ਪੈਸੇ ਜਿਹੜੇ ਕੀ ਆ ਉਹ ਸਮਾਨ ਜਿਹੜਾ ਉਹ ਖਰੀਦਿਆ। ਕ੍ਰੈਡੀਟਰ ਆ ਜਿਹੜਾ ਉਹ ਪਰਸਨ ਚੀਜ਼ਾਂ ਨੂੰ ਸੇਲ ਕਰ ਰਹੇ ਆ, ਠੀਕ ਹੈ, ਵੇਚ ਰਿਹਾ ਚੀਜ਼ਾਂ ਨੂੰ। ਤਾਂ ਇਸ ਕੇਸ ਦੇ ਵਿੱਚ ਅਸੀਂ ਡੈਬਿਟ ਔਰ ਕ੍ਰੈਡਿਟ ਦੋਨਾਂ ਨੂੰ ਨਾਲ ਲੈ ਕੇ ਚੱਲਾਂਗੇ। ਅਗਰ ਤਾਂ ਕੋਈ ਤਰੀਕ ਗਿਵਨ ਆ ਤਾਂ ਇੱਥੇ ਨੋਟ ਹੋਏਗੀ, ਅਦਰਵਾਈਜ਼ ਅਗਰ ਕੋਈ ਤਰੀਕ ਨਹੀਂ ਹੈ ਤਾਂ ਜੋ ਸੀਰੀਅਲ ਨੰਬਰ ਗਿਵਨ ਹੋਣਗੇ ਉਹ ਨੋਟ ਹੋਣਗੇ, ਠੀਕ ਹੈ। ਤਾਂ ਆਪਣੇ ਕੋਲੇ ਪਹਿਲੀ ਵੈਲਿਊ ਹੈਗੀ ਆ ਪਰਚੇਜ਼ ਅਕਾਊਂਟ ਦੀ, ਠੀਕ ਹੈ। ਪਰਚੇਜ਼ ਅਕਾਊਂਟ ਸਾਡਾ ਕੀ ਹੈ, ਡੈਬਿਟ। ਓਬਵੀਅਸ ਹੈ ਕਿ ਡੈਬਿਟ ਆ ਵੈਲਿਊ, ਤਾਂ ਇੱਥੇ ਅਸੀਂ ਡੈਬਿਟ ਪਾਵਾਂਗੇ। ਫੋਰ ਐਗਜ਼ਾਮਪਲ ਕਿ ਵੈਲਿਊ 10,000 ਆ, ਕਿ ਜਿੰਨੇ ਦਾ ਅਸੀਂ ਸਮਾਨ ਖਰੀਦਿਆ ਉਹਦੀ ਵੈਲਿਊ 10,000 ਆ, ਠੀਕ ਹੈ। 10,000 ਦਾ ਕਿਸੇ ਪਰਸਨ ਨੇ ਸਮਾਨ ਜਿਹੜਾ ਉਹ ਖਰੀਦਿਆ। ਹੁਣ ਇਹਦੇ ਨਾਲ ਸਾਨੂੰ ਇਨਪੁਟ ਦਾ ਟੈਕਸ ਦੇਣਾ ਪਏਗਾ। ਜੋ ਅਸੀਂ ਟੈਕਸ ਦੇਣਾ ਹੈ, ਇਨਪੁਟ CGST ਅਕਾਊਂਟ, ਠੀਕ ਹੈ। ਇਹ ਹਾਫ C ਦਾ ਮਤਲਬ ਹੁੰਦਾ ਅਕਾਊਂਟ, ਇਹਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ ਬੋਲ ਸਕਦੇ ਹਾਂ, ਠੀਕ ਹੈ। ਇਨਪੁਟ SGST ਦਾ ਜਿਹੜਾ ਹੋਊਗਾ ਟੈਕਸ, ਉਹ ਵੀ ਅਸੀਂ ਇੱਥੇ ਪੇ ਕਰਨਾ ਹੈ। ਹੁਣ ਉਹ ਟੈਕਸ ਦੇਣਾ ਕਿਵੇਂ ਆ, ਜੋ ਸਾਡੇ ਕੋਲੇ 10,000 ਦਾ ਸਮਾਨ ਖਰੀਦਿਆ ਹੋਇਆ ਉਹਦੇ ਉੱਪਰ 6% ਲਗਾਉਣਾ ਸੀ। 600 ਵੈਲਿਊ ਆ ਗਈ, ਠੀਕ ਹੈ। ਦੋਨੋਂ ਵੈਲਿਊਜ਼ ਆ ਜਿਹੜੀਆਂ ਉਹ ਡੈਬਿਟ ਕਾਲਮ ਦੀਆਂ, ਠੀਕ ਹੈ। ਤਾਂ ਅਸੀਂ 10,000 ਦੇ ਨਾਲ 600 ਜਿਹੜੀ ਹੈ ਵੈਲਿਊ ਡੈਬਿਟ ਦੀ ਦੋਨੋਂ ਸਾਈਡ ਲਿਖਣੀ ਹੈ, ਠੀਕ ਹੈ। ਹੁਣ ਇਹ ਵੈਲਿਊ ਕਿੰਨੀ ਹੋਗੀ ਸਾਡੇ ਕੋਲੇ, ਠੀਕ ਹੈ। 10,000 ਤਾਂ ਪਰਚੇਜ਼ ਦੀ ਵੈਲਿਊ ਅਤੇ 1,200 ਦੋਨਾਂ ਦਾ ਟੋਟਲ ਹੋ ਗਿਆ, ਠੀਕ ਹੈ। ਤਾਂ ਇਹ ਵੈਲਿਊ ਹੁਣ ਸਾਡੇ ਕੋਲੇ ਕਿੰਨੀ ਹੋਗੀ, ਉਹ ਅਸੀਂ ਇੱਧਰਲੀ ਸਾਈਡ ਲਿਖਣੀ ਆ। ਐਂਟਰੀ ਕੀ ਹੋਊਗੀ ਸਾਡੇ ਕੋਲੇ, ਟੂ ਸਪਲਾਇਰ, ਜਿਹਨੇ ਸਾਨੂੰ ਸਮਾਨ ਸਪਲਾਈ ਕੀਤਾ, ਠੀਕ ਹੈ। ਸਪਲਾਇਰ ਜਾਂ ਕ੍ਰੈਡੀਟਰ, ਇਹਦਾ ਅਕਾਊਂਟ ਹੁਣ ਹੋ ਜਾਊਗਾ ਕ੍ਰੈਡਿਟ। ਟੂ ਦਾ ਮਤਲਬ ਹੁੰਦਾ ਵੈਲਿਊ ਦਾ ਕ੍ਰੈਡਿਟ ਹੋ ਜਾਣਾ। ਟੂ ਹੁੰਦਾ ਹੀ ਇਸ ਚੀਜ਼ ਦੇ ਲਈ ਆ ਜੋ ਕ੍ਰੈਡਿਟ ਵੈਲਿਊ ਨੂੰ ਰੀਪ੍ਰਜੈਂਟ ਕਰਦਾ ਹੈ, ਠੀਕ ਹੈ। ਸੋ ਹੁਣ ਸਾਡੇ ਕੋਲੇ ਕ੍ਰੈਡਿਟ ਦੀ ਵੈਲਿਊ ਕਿੰਨੀ ਆ ਜਾਏਗੀ, ਉਹ ਦੇਖੋ 11,200 ਜਿਹੜੀ ਸਾਡੇ ਕੋਲੇ ਕ੍ਰੈਡਿਟ ਦੀ ਵੈਲਿਊ ਉਹ ਆ ਜਾਏਗੀ, ਠੀਕ ਹੈ। ਇਸ ਤੋਂ ਬਾਅਦ ਹੁਣ ਅਸੀਂ ਲਿਖਣਾ ਹੁੰਦਾ ਬੀਇੰਗ ਦਾ ਮਤਲਬ ਹੁੰਦਾ ਕਿ ਅਸੀਂ ਐਂਟਰੀ ਦੇ ਵਿੱਚ ਇਹ ਦੱਸਣਾ ਹੁੰਦਾ ਕਿ ਅਸੀਂ ਵੈਲਿਊਜ਼ ਆ ਜਿਹੜੀਆਂ ਉਹ ਪਰਚੇਜ਼ ਕਰ ਲਈਆਂ। ਨੈਕਸਟ ਐਂਟਰੀ ਹੈ ਸਾਡੇ ਕੋਲੇ ਗੁਡਸ ਜਿਹੜੀਆਂ ਪਰਚੇਜ਼ ਕੀਤੀਆਂ ਨੇ ਉਹ ਹੋਣਗੀਆਂ ਸਾਡੇ ਕੋਲੇ ਇੰਟਰਸਟੇਟ ਦੀ। ਇੰਟਰਸਟੇਟ ਦੇ ਵਿੱਚ ਕੀ ਹੋ ਜਾਏਗਾ ਕਿ ਬਾਕੀ ਸਾਰੀਆਂ ਵੈਲਿਊਜ਼ ਉੱਦਾਂ ਹੀ ਰਹਿਣਗੀਆਂ, ਠੀਕ ਹੈ। ਪਰਚੇਜ਼ ਅਕਾਊਂਟ ਡੈਬਿਟ ਔਰ ਇਨਪੁਟ ਇੱਥੇ ਆ ਜਾਏਗਾ IGST, ਨੀਚੇ ਆ ਜਾਏਗਾ ਸਪਲਾਇਰ ਔਰ ਕ੍ਰੈਡੀਟਰ ਅਕਾਊਂਟ ਸੇਮ ਵੈਲਿਊਜ਼ ਦੇ ਨਾਲ, ਠੀਕ ਹੈ। ਜਿਵੇਂ ਅਸੀਂ ਪਹਿਲਾਂ ਵੈਲਿਊਜ਼ ਪਾਈਆਂ, ਹੁਣ ਇੱਥੇ ਇਨਪੁਟ IGST ਦੀ ਜਗ੍ਹਾ 'ਤੇ ਇਨਪੁਟ ਇਨਪੁਟ CGST ਜਾਂ SGST ਜਗ੍ਹਾ 'ਤੇ ਆ ਜਾਊਗਾ IGST, ਡੈਬਿਟ ਹੋ ਜਾਏਗਾ। ਅਤੇ ਨਾਲ ਜਿਹੜਾ ਸਾਡੇ ਕੋਲ ਸਪਲਾਇਰ ਦਾ ਅਕਾਊਂਟ ਹੋਏਗਾ ਉਹ ਇੱਧਰ ਕੀ ਹੋ ਜਾਏਗਾ, ਕ੍ਰੈਡਿਟ, ਠੀਕ ਹੈ। ਦੇਖੋ ਵੀ ਹੁਣ ਜਦੋਂ ਲਿਖਾਂਗੇ ਪਰਚੇਜ਼ ਅਕਾਊਂਟ ਡੈਬਿਟ, ਪਰਚੇਜ਼ ਕਿੰਨੇ ਦਾ ਸੀਗਾ, ਸੇਮ ਐਜ਼ 10,000,
ठीक है। हुण इनपुट IGST की वैल्यू हुण ये होगी 12% चार्ज, ठीक है। ये 6% नहीं, हुण ये कल्ली वैल्यू जिहड़ी वो 12% चार्ज होगी क्योंकि IGST है। तो 600 की जगह तो हुण इत्थे सीधा 1200 आ जाएगा। सप्लायर नूं हुण वैल्यू कितनी पे करनी है, 11200, ठीक है, फॉर एग्जाम्पल के तौर पर। नैक्सट है साडे कोले जदों उन्होंने गुड्स कैश ते खरीदियां, अदर एंट्रीज जिहड़ियां रिमेन सेम रहणगियां, मतलब जिवें पहलां परचेज की वैल्यू, फिर इनपुट IGST ते CGST सी, ठीक है, और SGST सी, वो वैल्यूज़ बिल्कुल सेम ही रहणगियां। आ सारियां वैल्यूज़ बिल्कुल सेम रहणगियां। हुण इत्थे जदों असीं पहलां वैल्यूज़ कीतियां सी, इत्थे असीं सप्लायर दा नाम सी, उहदा मेन रीजन की सीगा कि वैल्यू सीगियां जिहड़ियां ओह क्रैडिट ते सी, उधार ते, ठीक है। हुण असीं वैल्यूज़ नूं कैश ते कर रहे हैं, खरीद रहे हैं वैल्यूज़ नूं कैश ते, तो हुण जदों कैश दी वैल्यू आ जूगी तो इहदी जगह ते इस चीज़ नूं रिमूव करके, ठीक है, बाकी एंट्री साडी यही रहूगी, परचेज अकाउंट डैबिट, इनपुट CGST अकाउंट, इनपुट SGST अकाउंट जिहड़ा सेम वैल्यू दे नाल, सेम अमाउंट दे नाल। हुण इत्थे आ जूगा क्रैडिटर दी जगह ते साडे कोले की आ जूगा, टू कैश जां बैंक अकाउंट, ठीक है, ऑनलाइन पेमेंट जिन्होंने कहते हैं असी, बैंक अकाउंट जोड़ा की हो जाएगा क्रैडिट। हुण फिर वो 1200 वैल्यू बिल्कुल ये सामने इसे लाइन दे विच लिखी जाऊगी, ठीक है। फिर आ वैल्यूज़ जोड़ा आ नाम नहीं आएगा, वैल्यू तो सेम ही है। फिर वो जी नैक्सट एंट्री साडी की हो जूगी, वो इस तरीके नाल हो जाएगी, ठीक है। नैक्सट है साडे कोले इंटरस्टेट सप्लाई। इंटरस्टेट का मतलब होंदा कि हुण स्टेट चेंज हो गई है साडी, फिर वही वैल्यूज़ हुण इत्थे भी वही है कि कैश आ जाएगा इंस्टैड ऑफ सप्लायर जां क्रैडिटर, इन्हां दी जगह ते की आ जाएगा, कैश अकाउंट आ जाएगा, ठीक है। बाकी वैल्यूज़ जिहड़ियां असीं लिखियां पहलां उस तरीके नाल ही कैलकुलेट होणगियां। क्रैडिटर दी जगह ते साडे कोले कैश और बैंक अकाउंट आ जाएगा। नैक्सट है साडे कोले कि गुड्स रिटर्न हो गई, वापस हो गई, जिहड़े परसन ने पहलां गुड्स नूं खरीदिया सीगा, हुण वो परसन नूं गुड्स दे विच कोई चेंजिस लगे, कोई क्वालिटी खराब हो गई, कुछ भी रीजन होया, वो परसन ने गुड्स नूं की करता, वापस करता, उन्होंने वापस करतियां गुड्स। हुण इस केस दे विच हुण जिहड़ा परसन नूं गुड्स मिलियां, ठीक है, वो परसन हो गया डैबिट कि गुड्स मिल रही, डैबिट हो गया, डैबिट द रिसीवर, क्रैडिट द गिवर। हुण जिहड़ा डैबिट रिसीव कर रहा, मिल रहे हैं जिन्हों, ठीक है, समान मिल रहा, ਉਹਨੂੰ ਅਸੀਂ ਡੈਬਿਟ ਕਰਾਂਗੇ, ਤੇ ਜਿਹੜਾ ਪਰਸਨ ਸਮਾਨ ਨੂੰ ਦੇ ਰਿਹਾ, ਭੇਜ ਰਿਹਾ, ਠੀਕ ਹੈ, ਸੇਲ ਜੋ ਆਪਾਂ ਕਹਦੇ ਕਿ ਵਾਪਸ ਕਰ ਰਿਹਾ, ਉਹ ਹੋ ਜਾਏਗਾ ਕ੍ਰੈਡਿਟ। ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ, ਡੈਬਿਟ ਜੋ ਰਿਸੀਵ ਕਰ ਰਿਹਾ, ਕ੍ਰੈਡਿਟ ਜੋ ਭੇਜ ਰਿਹਾ, ਠੀਕ ਹੈ। ਹੁਣ ਇਹਦੇ ਵਿੱਚ ਦੇਖੋ ਕਿ ਇਹਦੀ ਐਂਟਰੀ ਨੂੰ ਵੀ ਅਸੀਂ ਕਿਵੇਂ ਪਾਵਾਂਗੇ। ਮੰਨ ਲਓ ਕਿ ਹੁਣ ਇਹਦੇ ਵਿੱਚ ਜੋ ਉਹਨਾਂ ਨੇ 10,000 ਤੱਕ ਦਾ ਸਮਾਨ ਖਰੀਦਿਆ, ਉਹਨਾਂ ਨੂੰ 1,000 ਦੀਆਂ ਚੀਜ਼ਾਂ ਨਹੀਂ ਪਸੰਦ ਆਈਆਂ, ਠੀਕ ਹੈ, 1,000 ਤੱਕ ਦਾ ਸਮਾਨ ਉਹਨਾਂ ਨੇ ਵਾਪਸ ਕਰਤਾ। ਹੁਣ ਜਦੋਂ ਅਸੀਂ ਐਂਟਰੀ ਪਾਉਣੀ ਆ, ਠੀਕ ਹੈ, ਉਸ ਕੇਸ ਦੇ ਵਿੱਚ ਕੀ ਹੋ ਜਾਏਗਾ, ਜਦੋਂ ਅਸੀਂ ਐਂਟਰੀ ਪਾਵਾਂਗੇ, ਐਂਟਰੀ ਸਾਡੇ ਕੋਲ ਬਿਲਕੁਲ ਸਾਹਮਣੇ ਪਈ ਹੈ ਕਿ ਸਪਲਾਇਰ ਜਾਂ ਕ੍ਰੈਡੀਟਰ ਅਕਾਊਂਟ ਆ ਜਿਹੜਾ ਕੀ ਹੋ ਜਾਏਗਾ, ਡੈਬਿਟ। ਫਿਰ ਹੁਣ ਜਿਹਨੇ ਰਿਟਰਨ ਕੀਤੀਆਂ ਉਸ ਚੀਜ਼ ਨੂੰ ਰਿਟਰਨ ਆਊਟਵਰਡ ਬੋਲਦੇ ਆ। ਜੋ ਅਸੀਂ ਰਿਟਰਨ ਕੀਤੀਆਂ ਜਾਂ ਪਰਚੇਜ਼ ਕੀਤਾ ਹੋਇਆ ਸਮਾਨ ਵਾਪਸ ਕੀਤਾ, ਉਹਨੂੰ ਰਿਟਰਨ ਆਊਟਵਰਡ ਬੋਲਦੇ ਆ, ਠੀਕ ਹੈ। ਉਹਦੇ ਨਾਲ ਇਨਪੁਟ ਜਿਹੜੇ ਸਾਡੇ ਅਕਾਊਂਟਸ ਜਿਹੜੇ ਅਸੀਂ ਪਹਿਲਾਂ ਪਰਸਨ ਨੂੰ ਪੇ ਕੀਤੇ ਹੋਣਗੇ, ਜਾਂ ਜਿਹੜੇ ਪਰਸਨ ਤੁਸੀਂ ਸਮਾਨ ਖਰੀਦਿਆ ਸੀਗਾ, ਉਹ ਸਮਾਨ ਖਰੀਦਣ ਦੇ ਟਾਈਮ ਸਾਨੂੰ ਜੋ ਵੀ GST ਦਾ ਲੱਗਿਆ ਸੀਗਾ, ਠੀਕ ਹੈ, ਉਹ ਅਸੀਂ GST ਜਿਹੜਾ ਉਹ ਇੱਧਰ ਨਾਲ ਹੀ ਕ੍ਰੈਡਿਟ ਕਰਾਂਗੇ, ਨਾਲ ਹੀ ਵੈਲਿਊਜ਼ ਜਿਹੜੀਆਂ ਉਹ ਵਾਪਸ ਹੋਣਗੀਆਂ। ਹੁਣ ਸਭ ਤੋਂ ਪਹਿਲਾਂ ਦੇਖੋ ਕਿਸ ਤਰੀਕੇ ਨਾਲ ਅਸੀਂ GST ਜਿਹੜਾ ਉਹ ਕਰਨਾ ਹੈ ਕੈਲਕੂਲੇਟ। ਹੁਣ ਇਸ ਕੇਸ ਦੇ ਵਿੱਚ ਪਰਸਨ ਨੇ ਫॉर एग्जांपल कि 1000 ਦੀਆਂ ਗੁੱਡਸ ਨੂੰ ਵਾਪਸ ਕੀਤਾ, ਤੇ 1000 ਦੇ ਉੱਪਰ 6% ਦੇ ਹਿਸਾਬ ਨਾਲ ਉਹਨਾਂ ਦਾ ਜੋ ਵੀ GST ਦਾ ਰੇਟ ਬਣਿਆ ਉਹ ਵੀ ਨਾਲ ਕ੍ਰੈਡਿਟ ਹੋ ਜਾਏਗਾ ਕਿ ਉਹ ਵਾਪਸ ਕਰ ਰਹੇ ਆ, ਠੀਕ ਹੈ, ਵੀ ਉਹਨਾਂ ਨੂੰ ਗੁੱਡਸ ਜਿਹੜੀਆਂ ਵਾਪਸ ਭੇਜ ਰਹੇ ਆ ਨਾਲ GST ਦੀ ਦੱਸ ਦੇਣਗੇ ਕੈਲਕੂਲੇਸ਼ਨ ਵੀ ਇੰਨੀ ਅਸੀਂ ਤੁਹਾਨੂੰ ਪਹਿਲਾਂ ਪੇ ਕੀਤੀ ਸੀਗੀ, ਹੁਣ ਇਹ ਸਾਨੂੰ ਵੈਲਿਊਜ਼ ਆ ਜਿਹੜੀਆਂ ਉਹ ਇੰਨੀਆਂ ਮਿਲਣਗੀਆਂ, ਠੀਕ ਹੈ। ਕ੍ਰੈਡੀਟਰ ਨੂੰ ਉਸ ਉਨੀ ਵੈਲਿਊ ਦਾ ਜਿਹੜਾ ਸਮਾਨ ਇੱਥੇ ਮਿਲ ਜਾਏਗਾ। ਨੈਕਸਟ ਹੈ ਇੰਟਰਸਟੇਟ ਸਪਲਾਈ। ਸਪਲਾਈ ਦੇ ਵਿੱਚ ਕੀ ਹੋ ਜਾਊਗਾ, ਇੰਟਰਸਟੇਟ ਦੇ ਵਿੱਚ ਸਪਲਾਇਰ ਦੇ ਅਕਾਊਂਟਸ ਨੇ ਜਿਹੜੇ ਉਹ ਡੈਬਿਟ, ਜਿਹਨੇ ਰਿਟਰਨ ਕੀਤਾ ਹੋਊਗਾ ਆਊਟਵਰਡ, ਠੀਕ ਹੈ, ਉਹਦਾ ਅਕਾਊਂਟ ਕ੍ਰੈਡਿਟ, ਨਾਲ ਹੀ ਇਨਪੁਟ ਹੁਣ ਇੱਥੇ IGST ਦਾ ਅਕਾਊਂਟ ਕੀ ਹੋ ਜਾਏਗਾ, ਕ੍ਰੈਡਿਟ। ਨੈਕਸਟ ਹੈ ਗੁੱਡਸ ਜਦੋਂ ਅਸੀਂ ਸੇਲ ਕਰਾਂਗੇ ਕ੍ਰੈਡਿਟ 'ਤੇ, ਗੁੱਡਸ ਸੇਲ ਕਰ ਰਹੇ ਹਾਂ ਬਟ ਔਨ ਕ੍ਰੈਡਿਟ,
ठीक है। हम क्रेडिट ਤੇ ਜਦੋਂ ਸੇਲ ਕਰਾਂਗੇ ਇਹਦੇ ਵਿੱਚ ਕੀ ਹੋਊਗਾ ਕਿ ਜਿਹੜਾ ਡੈਬਿਟਰ ਹੋਊਗਾ ਜਾਂ ਕਸਟਮਰ ਹੋਊਗਾ ਹੁਣ ਉਹਨੂੰ ਸਮਾਨ ਕੀ ਆ ਮਿਲ ਰਿਹਾ, ਠੀਕ ਹੈ। ਡੈਬਿਟ ਜਿਹੜਾ ਕਸਟਮਰ ਅਕਾਊਂਟ ਕੀ ਹੋ ਜਾਊਗਾ ਡੈਬਿਟ ਅਤੇ ਸੇਲ ਅਕਾਊਂਟ ਆ ਜਿਹੜਾ ਸਾਡਾ ਕੀ ਹੋ ਜਾਊਗਾ ਕ੍ਰੈਡਿਟ, ਠੀਕ ਹੈ। ਜਾਣੀ ਕਿ ਸਾਡੇ ਕੋਲੋਂ ਸੇਲ ਦਾ ਸਮਾਨ ਜਾ ਰਿਹਾ, ਸਾਨੂੰ ਨਾਲ ਆਊਟਪੁੱਟ ਦਾ ਜਿਹੜਾ GST ਇਨਕਲੂਡਡ ਆ ਉਹ ਵੀ ਸਾਰੀਆਂ ਵੈਲਿਊਜ਼ ਸੇਲ ਦੇ ਨਾਲ ਹੀ ਸ਼ਾਮਿਲ ਨੇ, ਅਤੇ ਉਹ ਸੇਲ ਦੀ ਸਾਰੀ ਪੇਮੈਂਟ ਕਰਨੀ ਕਿਹਨੇ ਆ, ਉਹ ਕਰਨੀ ਹੋਏਗੀ ਕਸਟਮਰ ਨੇ। ਜੇ ਕਸਟਮਰ ਸਮਾਨ ਲੈ ਰਹੇ ਆ, ਕੋਈ ਮਟੀਰੀਅਲ ਕਸਟਮਰ ਕੋਲ ਪਹੁੰਚ ਰਿਹਾ, ਉਸ ਦੇ ਬਦਲੇ ਵਿੱਚ ਕਸਟਮਰ ਕਿਹੜੀਆਂ ਪੇਮੈਂਟ ਕਰੇਗਾ, ਇੱਕ ਤਾਂ ਸੇਲ ਵੈਲਿਊ ਦੀ ਪੇਮੈਂਟ ਕਰੇਗਾ ਅਤੇ ਨਾਲ ਉਹ ਜਿਹੜੇ ਦੋਨੋਂ ਆਊਟਪੁੱਟ ਦੇ GST ਹੋਣਗੇ ਉਹਨਾਂ ਦੀ ਵੈਲਿਊਜ਼ ਆ ਜਿਹੜੀਆਂ ਉਹ ਪੇ ਕਰੂਗਾ। ਯਾਨੀ ਕਿ ਦੇਣੇ ਕਿਹਨੇ ਆ, ਸਾਰੇ ਪੈਸੇ ਕਸਟਮਰ ਨੇ ਦੇਣੇ ਆ, ਬਸ ਫ਼ਰਕ ਕੀ ਆ ਵੀ ਇੱਥੇ ਕਸਟਮਰ ਨੂੰ ਸਮਾਨ ਮਿਲ ਰਿਹਾ, ਠੀਕ ਹੈ, ਅਤੇ ਸੈਲਰ ਕੋਲੋਂ ਜਿਹੜਾ ਸੇਲ ਕਰ ਰਿਹਾ ਉਹਦੇ ਕੋਲੋਂ ਸਮਾਨ ਜਾ ਰਿਹਾ। ਅਤੇ ਜੇ ਪੈਸੇ ਦੀ ਗੱਲ ਕਰੀਏ ਤਾਂ ਪਰਸਨ ਜਿਹੜਾ ਹੈ ਉਹ ਜਿਹੜਾ ਡੈਬਿਟਰ ਹੋਊਗਾ ਉਹ ਸੇਲ ਦੇ ਪੈਸੇ ਵੈਲਿਊ ਦੀ ਪੈਸੇ ਦਊਗਾ, ਨਾਲ ਜਿਹੜੇ ਵੀ ਆਊਟਪੁੱਟ ਦੇ ਟੈਕਸ ਹੋਣਗੇ ਉਹ ਉਸ ਸੇਲ ਪ੍ਰਾਈਸ ਦੇ ਵਿੱਚ ਸ਼ਾਮਿਲ ਹੋਣਗੇ। ਨੈਕਸਟ ਹੈ ਸਾਡੇ ਕੋਲ ਇੰਟਰਸਟ ਰੇਟ। ਇੰਟਰਸਟ ਰੇਟ ਦੇ ਵਿੱਚ ਹੁਣ ਆਊਟਪੁੱਟ ਕੀ ਹੋ ਜਾਏਗਾ IGST, ਆਊਟਪੁੱਟ CGST ਦੀ ਬਜਾਏ ਆਊਟਪੁੱਟ IGST, ਠੀਕ ਹੈ। ਹਨ ਇਸ ਤੋਂ ਬਾਅਦ ਹੈ ਜਦੋਂ ਗੁੱਡਸ ਸੇਲ ਕੀਤੀਆਂ ਜਾਣਗੀਆਂ ਕੈਸ਼ 'ਤੇ, ਕੈਸ਼ 'ਤੇ ਸੇਲ ਹੋ ਜਾਣਗੀਆਂ, ਓਬਵੀਅਸ ਆ ਕਿ ਇੱਥੇ ਸਪਲਾਇਰ ਦੀ ਜਗ੍ਹਾ 'ਤੇ ਕੈਸ਼ ਅਕਾਊਂਟ ਆ ਜਾਏਗਾ, ਠੀਕ ਹੈ। ਬਾਕੀ ਵੈਲਿਊਜ਼ CGST ਔਰ SGST ਜਿਹੜੀਆਂ ਉਹ ਸੇਮ ਰਹਿਣਗੀਆਂ। ਇੰਟਰਸਟ ਰੇਟ ਸਪਲਾਈ ਦੇ ਵਿੱਚ ਕੀ ਆ ਜਾਏਗਾ ਕਿ ਕੈਸ਼ ਅਕਾਊਂਟ ਸਾਡਾ ਡੈਬਿਟ ਨਾਲ IGST ਸਾਡੇ ਕੋਲ ਆਊਟਪੁੱਟ ਦਾ ਆ ਜਾਏਗਾ। ਸੋ ਇਹ ਸੀਗੀਆਂ ਅੱਜ ਦੀਆਂ ਤੁਹਾਡੀਆਂ ਜਰਨਲ ਐਂਟਰੀਜ਼। ਅਗਰ ਕਿਸੇ ਵੀ ਸਟੂਡੈਂਟ ਨੂੰ ਕੋਈ ਐਂਟਰੀ ਦੇ ਵਿੱਚ ਕਨਫਿਊਜ਼ਨ ਹੈ ਜਾਂ ਲੱਗ ਰਿਹਾ ਕੁਛ ਵੀ ਡਾਊਟ ਆ ਤਾਂ ਤੁਸੀਂ ਨਾਲ ਦੀ ਨਾਲ ਕਲੀਅਰ ਕਰ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।